ਬੈਨੀਪਾਲ ਸ਼ੋਅ ਵਿੱਚ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਆਪ ਸਭਨਾਂ ਨੂੰ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਹਾਰਦਿਕ ਸਵਾਗਤ। ਦੋਸਤੋ, ਅੱਜ ਜਿਹੜੀਆਂ ਖਬਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਉਹਨਾਂ ਵਿੱਚ ਇੱਕ ਮੰਦਭਾਗੀ ਘਟਨਾ ਪੰਜਾਬ ਦੇ ਇੱਕ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਵਿੱਚ ਵਾਪਰੀ ਹੈ। ਨਿਹੰਗ ਸਿੰਘ ਧੱਕੇ ਨਾਲ ਇੱਕ ਕੁੱਤੇ ਨੂੰ ਦਰਬਾਰ ਸਾਹਿਬ ਦੇ ਵਿੱਚ ਮੱਥਾ ਟਿਕਾਉਣ ਵਾਸਤੇ ਲੈ ਕੇ ਗਏ ਹੈ। ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਧਿਆਨ ਵਿੱਚ ਆ ਗਿਆ ਤੇ ਕਮੇਟੀ ਗਠਿਤ ਕਰ ਦਿੱਤੀ ਗਈ ਹੈ ਤੇ ਘਟਨਾ ਕਿੱਥੇ ਤੇ ਕਿਵੇਂ ਵਾਪਰੀ ਇਹ ਡਿਟੇਲ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਇਸੇ ਤਰ੍ਹਾਂ ਇੱਕ ਹੋਰ ਮੰਦਭਾਗੀ ਖਬਰ ਕੈਨੇਡਾ ਦੇ ਅਲਬਰਟਾ ਸੂਬੇ ਦੇ ਵਿੱਚੋਂ ਮਿਲ ਰਹੀ ਹੈ, ਜਿੱਥੇ ਇੱਕ ਹਸਤਾ ਵਸਤਾ ਪਰਿਵਾਰ ਘੁੰਮਣ ਵਾਸਤੇ ਗਿਆ। ਇੱਕੋ ਹੀ ਪਰਿਵਾਰ ਦੇ 3 ਜੀਆਂ ਦੀ ਡੁੱਬਣ ਕਾਰਨ ਮੌਤ ਹੋ ਗਈ। ਬਹੁਤ ਮੰਦਭਾਗੀ ਘਟਨਾ ਹੈ। ਇਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ। ਬੀਤੇ ਕਈ ਦਿਨਾਂ ਤੋਂ ਦਰਅਸਲ ਟਰੰਪ ਪ੍ਰਸ਼ਾਸਨ ਲਗਾਤਾਰ ਸਖਤ ਫੈਸਲੇ ਕਰ ਰਿਹਾ ਹੈ। ਉਹਨਾਂ ਵਿੱਚ ਹੀ ਜਿਹੜੇ ਪੇਸ਼ੇਵਰ ਲੋਕ ਸਨ H-1B ਵੀਜ਼ਾ ਧਾਰਕ, ਉਹਨਾਂ ਵਾਸਤੇ ਇੱਕ ਨਵਾਂ ਫਰਮਾਨ ਅਤੇ ਕਾਨੂੰਨ ਲਾਗੂ ਕਰ ਦਿੱਤਾ ਗਿਆ ਸੀ, ਜਾਰੀ ਕਰ ਦਿੱਤਾ ਗਿਆ ਸੀ ਤੇ ਉਹ ਵੀਜ਼ੇ ਇਸ ਸਾਲ ਦੇ ਆਖਰ ਤੱਕ ਮੁਅੱਤਲ ਕਰ ਦਿੱਤੇ ਗਏ ਸਨ। ਉਹਨਾਂ ਵਾਸਤੇ ਇੱਕ ਰਾਹਤ ਦੀ ਖਬਰ ਆਈ ਆ, ਉਹ ਤੁਹਾਡੇ ਨਾਲ ਸਾਂਝੀ ਕਰਾਂਗੇ। ਬੀਤੇ ਬੁੱਧਵਾਰ ਨੂੰ ਫਰਿਜ਼ਨੋ ਦੇ ਰਹਿਣ ਵਾਲੇ 29 ਵਰ੍ਹਿਆਂ ਦੇ ਮਨਜੀਤ ਸਿੰਘ ਦੀ ਡੁੱਬਣ ਕਾਰਨ ਮੌਤ ਹੋਈ ਸੀ। ਉਹਦੇ ਵਿੱਚ ਇੱਕ ਨਵੀਂ ਅਪਡੇਟ ਹੈ। ਜਿਹੜੇ ਬੱਚੇ ਉਹਨੇ ਬਚਾਏ ਸਨ ਉਹ ਕੀ ਆਖ ਰਹੇ ਨੇ, ਉਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ। ਇਸੇ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਲੋਕ ਆਰਥਿਕ ਤੰਗੀ ਨੇ ਝੰਬੇ ਪਏ ਨੇ। ਦਿੱਲੀ ਦੇ ਵਿੱਚ ਇੱਕ ਜਾਅਲੀ ਥਾਣੇਦਾਰ ਨਹੀਂ ਫੜੀ ਹੈ, ਫੜ ਵੀ ਪੁਲਿਸ ਵਾਲਿਆਂ ਨੇ ਲਈ। ਫੜੀ ਵੀ ਪੁਲਿਸ ਵਾਲਿਆਂ ਕੋਲੋਂ ਕਿਵੇਂ ਗਈ, ਕਰ ਕੀ ਰਹੀ ਸੀ, ਕਿੱਥੋਂ ਫੜੀ ਹੈ, ਕਿਹੜੇ ਉਹ ਕੰਮ ਕਰ ਰਹੀ ਸੀ, ਕਿਹੜੀ ਵਰਦੀ ਪਾ ਕੇ ਰੱਖਦੀ ਸੀ, ਇਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ। ਇਸੇ ਤਰ੍ਹਾਂ ਦੀ ਇੱਕ ਖਬਰ ਕੱਲ੍ਹ ਜਿਸ ਨੇ ਬਹੁਤ ਲੋਕਾਂ ਨੂੰ ਮਾਯੂਸ ਕੀਤਾ, ਨਿਰਾਸ਼ ਕੀਤਾ। ਆਪਣੀਆਂ ਜ਼ਿੰਦਗੀਆਂ ਦਾ ਤੇ ਲਾ ਕੇ ਉਮਰਾਂ ਭਰ ਦੀ ਆਪਣੀ ਤੇ ਮਾਪਿਆਂ ਦੀ ਕਮਾਈ ਠੱਗ ਲੋਕਾਂ ਦੇ ਪੱਲੇ ਪਾ ਕੇ ਅਮਰੀਕਾ ਦੇ ਵਿੱਚ ਸੁਨਹਿਰੀ ਸੁਪਨੇ ਲੈ ਕੇ ਆਏ ਲੋਕ ਜਿਹੜੇ ਡਿਪੋਰਟ ਕਰ ਦਿੱਤੇ ਗਏ ਹੈ, ਉਹਨਾਂ ਦੀ ਇੱਕ ਦਰਦਨਾਕ ਦਾਸਤਾਨ ਵੀ ਤੁਹਾਡੇ ਨਾਲ ਸਾਂਝੀ ਕਰਾਂਗਾ। ਦੋਸਤੋ, ਇਹ ਕੁਝ ਖਬਰਾਂ ਨੇ ਜਿਨ੍ਹਾਂ ਦੇ ਉੱਤੇ ਵਿਸਥਾਰ ਨਾਲ ਮੈਂ ਅੱਜ ਚਰਚਾ ਕਰਨੀ ਹੈ। ਇਸ ਤੋਂ ਪਹਿਲਾਂ ਕਿ ਇਕੱਲੀ ਖਬਰ ਤੇ ਚਰਚਾ ਕੀਤੀ ਜਾਵੇ, ਬੇਨਤੀ ਹੈ ਕਿ ਜੇਕਰ ਹਾਲੇ ਤੱਕ ਮੇਰਾ ਚੈਨਲ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਔਨ ਕਰਨ ਦੀ ਜ਼ਰੂਰ ਕੋਸ਼ਿਸ਼ ਕਰਿਓ। ਤੁਹਾਡਾ ਧੰਨਵਾਦੀ ਹੋਵਾਂਗਾ। ਸਭ ਤੋਂ ਪਹਿਲੀ ਅਤੇ ਅਹਿਮ ਖਬਰ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ, ਉਹ H-1B ਵੀਜ਼ਾ ਧਾਰਕ, ਜਿਨ੍ਹਾਂ ਦੇ ਉੱਤੇ ਅਮਰੀਕੀ ਰਾਸ਼ਟਰਪਤੀ ਜਾਂ ਇਹ ਕਹਿਦਾ ਕਿ ਟਰੰਪ ਪ੍ਰਸ਼ਾਸਨ ਦਾ ਇੱਕ ਫਰਮਾਨ ਸੀ ਅਤੇ ਉਹ ਫਰਮਾਨ ਬੀਤੇ ਜੂਨ ਮਹੀਨੇ ਦੀ 22 ਤਰੀਕ ਤੋਂ ਲਾਗੂ ਕਰ ਦਿੱਤਾ ਗਿਆ ਸੀ। ਅਸਲ ਦੇ ਵਿੱਚ H-1B ਵੀਜ਼ਾ ਕੀ ਹੈ, ਇਹ ਮੈਂ ਪਹਿਲਾਂ ਤੁਹਾਨੂੰ ਦੱਸਣਾ ਚਾਹੁੰਦਾ। ਜਿਹੜੇ IT ਦੇ ਮਾਹਰ ਲੋਕ ਨੇ, ਜਿਹੜੇ ਪੇਸ਼ੇਵਰ ਲੋਕ ਨੇ, ਇਹ ਵੀਜ਼ਾ ਉਹਨਾਂ ਨੂੰ ਇਸ਼ੂ ਕੀਤਾ ਜਾਂਦਾ ਤੇ ਉਹਨਾਂ ਮਾਹਿਰ ਲੋਕਾਂ ਨੂੰ, ਮੁਹਾਰਤ ਰੱਖਣ ਵਾਲੇ ਲੋਕਾਂ ਨੂੰ ਫਿਰ ਅਮਰੀਕੀ ਕੰਪਨੀਆਂ ਕੁਝ ਸਾਲਾਂ ਵਾਸਤੇ, ਕੁਝ ਸਮੇਂ ਦੇ ਵਾਸਤੇ ਉਸ ਵੀਜ਼ੇ ਦੇ ਅਧੀਨ ਆਪਣੇ ਕੰਮ ਤੇ ਰੱਖਦੀਆਂ ਨੇ। ਪਰ ਬੀਤੇ ਦਿਨੀ ਰਾਸ਼ਟਰਪਤੀ ਟਰੰਪ ਸਾਹਿਬ ਨੇ ਕਿਹਾ ਸੀ ਕਿ ਅਮਰੀਕਾ ਦੀਆਂ ਨੌਕਰੀਆਂ ਅਮਰੀਕਨਾਂ ਦੇ ਵਾਸਤੇ ਇਸ ਸਾਲ ਦੇ ਅਖੀਰ ਤੱਕ, ਐਂਡ ਆਫ ਦਿਸ ਈਅਰ, ਇਹ ਵੀਜ਼ੇ ਉਹਨਾਂ ਨੇ ਕਹਿ ਦਿੱਤਾ ਸੀ ਕਿ ਇਹਨਾਂ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ। ਬਹੁਤ ਸਾਰੇ ਲੋਕ ਭਾਰਤ ਗਏ ਹੋਏ ਸਨ, ਕਈਆਂ ਨੂੰ ਕੰਮ ਛੱਡ ਕੇ ਭਾਰਤ ਵਾਪਸ ਪਰਤਣਾ ਪਿਆ ਸੀ ਕਿਉਂਕਿ ਉਹਨਾਂ ਉੱਤੇ ਇਹ ਤਲਵਾਰ ਲਟਕ ਗਈ ਸੀ। ਇੱਥੇ ਇਹ ਵੀ ਗੱਲ ਸਾਫ਼ ਕਰਨ ਵਾਲੀ ਹੈ ਕਿ H-1B ਵੀਜ਼ਾ ਧਾਰਕ ਸਭ ਤੋਂ ਵੱਡੀ ਗਿਣਤੀ ਵਿੱਚ ਪਹਿਲੇ ਨੰਬਰ ਤੇ ਇੰਡੀਅਨ ਨੇ, ਭਾਰਤੀ ਨੇ, ਤੇ ਦੂਸਰੇ ਤੇ ਚਾਈਨੀਜ਼ ਨੇ। ਹੁਣ ਇਹਨਾਂ ਦੀ ਗਿਣਤੀ 76,000 ਤੇ 694 ਦੱਸੀ ਜਾ ਰਹੀ ਹੈ, ਜਿਹੜੇ ਇਸ ਵਕਤ ਭਾਰਤ ਦੇ ਪੇਸ਼ੇਵਰ IT ਨਾਲ ਸੰਬੰਧਿਤ ਲੋਕ ਅਮਰੀਕਾ ਦੇ ਵਿੱਚ ਇਸ ਵੀਜ਼ਾ ਹੋਲਡਰ ਨੇ, ਵੀਜ਼ਾ ਧਾਰਕ ਨੇ। ਪਰ ਹੁਣ ਰਾਹਤ ਵਾਲੀ ਖਬਰ ਇਹ ਆ ਗਈ ਹੈ, ਟਰੰਪ ਪ੍ਰਸ਼ਾਸਨ ਨੇ ਆਪਣੇ ਪਹਿਲੇ ਫੈਸਲੇ ਦੇ ਵਿੱਚ ਇੱਕ ਸੋਧ ਕੀਤੀ ਹੈ। ਸੋਧ ਇਹ ਹੈ ਕਿ ਜੇਕਰ ਕਿਸੇ ਵਿਅਕਤੀ ਕੋਲੇ H-1B ਵੀਜ਼ਾ ਸੀ, ਉਹ ਪਹਿਲੀ ਕਿਸੇ ਕੰਪਨੀ ਦੇ ਵਿੱਚ ਜਿਨ੍ਹਾਂ ਦੇ ਵਿੱਚ ਕੰਮ ਕਰਦੇ ਸੀ, ਕਿਸੇ ਨਵੀਂ ਕੰਪਨੀ ਦੇ ਵਿੱਚ ਕੰਮ ਕਰਨ ਵਾਸਤੇ ਨਹੀਂ ਆ ਸਕਦੇ, ਕਿਸੇ ਨਵੀਂ ਕੰਪਨੀ ਦੇ ਵਿੱਚ ਕੋਈ ਨਵਾਂ ਕੰਟਰੈਕਟ ਨਹੀਂ ਲਿਆ ਜਾ ਸਕਦਾ। ਪਰ ਜੇਕਰ ਕੋਈ ਕੰਪਨੀ ਉਸ ਵਿਅਕਤੀ ਨੂੰ ਜਿੱਥੇ ਉਹ ਪਹਿਲਾਂ ਕੰਮ ਕਰਦੇ ਸੀ ਦੁਬਾਰਾ ਹਾਇਰ ਕਰਨਾ ਚਾਹਵੇ,
ਤਾਂ ਉਹ ਉਸ ਕੰਪਨੀ ਦੇ ਵਿੱਚ ਇਸ ਵੀਜ਼ੇ ਦੇ ਉੱਤੇ ਕੰਮ ਕਰ ਸਕਦੇ ਆ। ਇਹਦੇ ਨਾਲ ਇੱਕ ਜਿਹੜੀਆਂ ਇਹਦੇ ਵਿੱਚ ਸ਼ਰਤਾਂ ਨੇ ਉਹ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਨੀਆਂ ਚਾਹੁੰਦਾ। ਪਹਿਲੀ ਗੱਲ ਤਾਂ ਇਹ ਕਿ H1B ਵੀਜ਼ਾ ਧਾਰਕ ਕਿਸੇ ਵੀ ਆਪਣੀ ਪੁਰਾਣੀ ਕੰਪਨੀ ਦੇ ਵਿੱਚ ਆ ਕੇ ਹੁਣ ਕੰਮ ਕਰ ਸਕਦੇ ਨੇ, ਇਹ ਛੋਟ ਦੇ ਦਿੱਤੀ ਗਈ ਹੈ। ਦੂਸਰੀ ਇਹ ਹੈ ਕਿ H1B ਵੀਜ਼ਾ ਧਾਰਕ ਦੀ ਪਤਨੀ ਅਤੇ ਬੱਚੇ ਉਸ ਦੇ ਨਾਲ ਆ ਸਕਣਗੇ। ਤੀਸਰੀ ਗੱਲ ਇਹ ਕਿ ਉਹ ਵਿਅਕਤੀ ਜਿਨ੍ਹਾਂ ਕੋਲੇ ਇਹ ਵੀਜ਼ਾ ਹੈ ਉਹ ਪਬਲਿਕ ਹੈਲਥ ਸੈਕਟਰ ਦੇ ਵਿੱਚ ਕੋਈ ਸੇਵਾ ਨਿਭਾਉਣ ਦੇ ਯੋਗ ਨੇ, ਉਹ ਆ ਸਕਣਗੇ। ਜਾਂ ਉਹ ਵਿਅਕਤੀ ਜਿਹੜੇ ਪਬਲਿਕ ਹੈਲਥ ਸੈਕਟਰ ਦੇ ਵਿੱਚ ਕੋਈ ਖੋਜ ਦਾ ਕੰਮ ਕਰ ਸਕਦੇ ਨੇ, ਉਹ ਆ ਸਕਣਗੇ। ਜਾਂ ਉਹ ਵਿਅਕਤੀ ਜਿਨ੍ਹਾਂ ਕੋਲੇ H1B ਵੀਜ਼ਾ ਹੈ ਪਰ ਉਹ ਕਿਸੇ ਸੀਨੀਅਰ ਮੈਨੇਜਰ ਲੈਵਲ ਦੀ ਪੋਸਟ ਤੇ ਤਾਇਨਾਤ ਨੇ ਜਾਂ ਹਾਇਰ ਕੀਤੇ ਗਏ ਨੇ, ਉਹ ਆ ਸਕਣਗੇ। ਇਹਦੇ ਨਾਲ ਹੀ ਉਹ ਵਿਅਕਤੀ ਜਿਨ੍ਹਾਂ ਦੇ ਕੰਮ ਛੱਡਣ ਦੇ ਕਾਰਨ ਕਿਸੇ ਕੰਪਨੀ ਨੂੰ ਜਾਂ ਅਮਰੀਕਾ ਦੀ ਆਰਥਿਕਤਾ ਨੂੰ ਨੁਕਸਾਨ ਹੁੰਦਾ ਹੋਵੇ, ਉਹ ਵਿਅਕਤੀ ਆ ਸਕਣਗੇ। ਹੁਣ ਜਿਹੜੇ ਵਿਅਕਤੀ ਇਹ ਵੀਜ਼ਾ ਕੈਟਾਗਰੀ ਵਿੱਚ ਵੀਜ਼ਾ ਲਈ ਬੈਠੇ ਹੈ, ਜੇਕਰ ਉਹ ਆਹ ਸ਼ਰਤਾਂ ਪੂਰੀਆਂ ਕਰਦੇ ਆ ਤਾਂ ਉਹਨਾਂ ਵਾਸਤੇ ਟਰੰਪ ਪ੍ਰਸ਼ਾਸਨ ਦੇ ਵੱਲੋਂ ਇਹ ਇੱਕ ਵੱਡੀ ਅਤੇ ਚੰਗੀ ਖਬਰ ਹੈ। ਅਗਲੀ ਖਬਰ ਇਹ ਵੀ ਅਮਰੀਕਾ ਦੀ ਉਹ ਖਬਰ ਹੈ। ਬੀਤੇ ਦਿਨੀ ਤੁਹਾਨੂੰ ਪਤਾ ਹੈ ਕਿ ਮਨਜੀਤ ਸਿੰਘ ਨਾਮ ਦਾ 29 ਵਰ੍ਹਿਆਂ ਦਾ ਇੱਕ ਨੌਜਵਾਨ 3 ਮੈਕਸੀਕਨ ਮੂਲ ਦੇ ਬੱਚਿਆਂ ਨੂੰ ਬਚਾਉਂਦਾ ਸਰਬੱਤ ਦੇ ਭਲੇ ਦੀ ਗੱਲ ਕਰਦਾ ਆਪਣੀ ਜਾਨ ਦੀ ਬਾਜ਼ੀ ਲਾ ਗਿਆ ਸੀ। ਅਸਲ ਦੇ ਵਿੱਚ 29 ਵਰ੍ਹਿਆਂ ਦਾ ਇਹ ਮਨਜੀਤ ਸਿੰਘ ਕਿੰਗ ਰਿਵਰ ਦੇ ਵਿੱਚ 3 ਡੁੱਬ ਰਹੇ ਬੱਚਿਆਂ ਦੀਆਂ ਆਵਾਜ਼ਾਂ ਸੁਣ ਕੇ ਦਰਿਆ ਦੇ ਵਿੱਚ ਛਾਲ ਮਾਰ ਕੇ ਉਹਨਾਂ ਨੂੰ ਬਚਾਉਣ ਵਾਸਤੇ ਕੁੱਦ ਗਿਆ ਸੀ। ਬੱਚੇ ਕਾਫੀ ਭਾਰੀ ਸੀ, ਸਰੀਰ ਦੇ ਪੱਖੋਂ ਤੁਹਾਨੂੰ ਫੋਟੋ ਨਜ਼ਰ ਆ ਰਹੀ ਹੋਣੀ ਹੈ, ਕਿਉਂਕਿ ਇਹ ਬੱਚੇ ਜਦੋਂ ਡੁੱਬ ਰਹੇ ਸਨ, ਆਵਾਜ਼ਾਂ ਮਾਰ ਰਹੇ ਸਨ, ਤਾਂ ਮਨਜੀਤ ਸਿੰਘ ਨੇ ਅੱਗਾ ਨਹੀਂ ਦੇਖਿਆ, ਪਿੱਛਾ ਨਹੀਂ ਦੇਖਿਆ, ਉਹਨਾਂ ਦੀ ਜਾਨ ਬਚਾਉਣ ਦੇ ਵਾਸਤੇ ਛਾਲ ਮਾਰ ਦਿੱਤੀ। 2 ਬੱਚਿਆਂ ਨੂੰ ਬਚਾਉਣ ਦੇ ਵਿੱਚ ਕਾਮਯਾਬ ਹੋ ਗਿਆ ਸੀ, ਬਾਹਰ ਕੱਢ ਲਏ ਸੀ। ਤੀਸਰੇ ਬੱਚੇ ਨੂੰ ਤੀਸਰੀ ਵਾਰ ਜਦੋਂ ਬਚਾਉਣ ਵਾਸਤੇ ਫਿਰ ਪਾਣੀ ਵਿੱਚ ਗਿਆ ਤਾਂ ਬਾਅਦ ਦੇ ਵਿੱਚ ਉਸ ਦੀ ਡੁੱਬਣ ਦੇ ਕਾਰਨ ਮੌਤ ਹੋ ਗਈ ਸੀ। ਹੁਣ ਇਹ ਬੱਚੇ ਮਨਜੀਤ ਸਿੰਘ ਨੂੰ ਆਪਣਾ ਹੀਰੋ ਦੱਸ ਰਹੇ ਨੇ। ਅਸਲ ਦੇ ਵਿੱਚ ਰੀਡਲੇ ਬੀਚ ਤੇ ਇਹ ਬੱਚੇ ਵੀ ਘੁੰਮਣ ਗਏ ਹੋਏ ਸੀ ਤੇ ਮਨਜੀਤ ਸਿੰਘ ਵੀ ਘੁੰਮਣ ਗਿਆ ਹੋਇਆ ਸੀ। ਕਿੰਗ ਰਿਵਰ ਦੇ ਉੱਤੇ ਇਹ ਦਰਦਨਾਕ ਭਾਣਾ, ਇਹ ਹਾਦਸਾ ਵਾਪਰ ਗਿਆ ਸੀ। ਪਰ ਅੱਜ ਇਸ ਨੌਜਵਾਨ ਦੀ ਮੈਕਸੀਕਨ ਭਾਈਚਾਰੇ ਵੱਲੋਂ, ਅਮਰੀਕਨ ਭਾਈਚਾਰੇ ਵੱਲੋਂ ਜਿੱਥੇ ਸ਼ਲਾਘਾ ਕੀਤੀ ਜਾ ਰਹੀ ਹੈ, ਜਿੱਥੋਂ ਹੀਰੋ ਦੱਸਿਆ ਜਾ ਰਿਹਾ ਹੈ, ਮਨਜੀਤ ਸਿੰਘ ਦੇ ਸਬੰਧ ਵਿੱਚ ਬੀਤੇ ਦਿਨੀ ਫ੍ਰਿਜ਼ਨੋ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਪਾਠ ਦੇ ਭੋਗ ਵੀ ਪਾਏ ਗਏ ਨੇ। ਭਾਵ ਉਸ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ, ਪਰ ਮਾਪਿਆਂ ਦੇ ਘਰ ਸੋਗ ਹੈ। ਮਨਜੀਤ ਸਿੰਘ ਨੂੰ ਲੋਕ ਆਪਣਾ ਹੀਰੋ ਦੱਸ ਰਹੇ ਨੇ। ਹੁਣ ਹਾਲਿਆ ਮਨਜੀਤ ਸਿੰਘ ਵਾਲੀ ਖਬਰ ਤੋਂ ਬਾਅਦ BC ਵਿੱਚ ਵੀ ਕਈ ਇਸ ਤਰ੍ਹਾਂ ਦੀਆਂ ਦਰਦਨਾਕ ਘਟਨਾਵਾਂ ਵਾਪਰ ਗਈਆਂ, ਪਰ ਜਿਹੜੀ ਆ ਇੱਕ ਹੋਰ ਦਰਦਨਾਕ ਘਟਨਾ ਵਾਪਰੀ ਹੈ, ਇਹ ਕੈਨੇਡਾ ਦੇ ਅਲਬਰਟਾ ਸੂਬੇ ਦੇ ਵਿੱਚੋਂ ਵਾਪਰੀ ਹੈ, ਜਿੱਥੇ ਇੱਕ ਹੱਸਦਾ ਵਸਦਾ ਪਰਿਵਾਰ ਘਰੋਂ ਘੁੰਮਣ ਫਿਰਨ ਵਾਸਤੇ ਗਿਆ। ਕਿਉਂਕਿ ਗਰਮੀਆਂ ਦੇ ਦਿਨ ਨੇ, ਬਹੁਤ ਸਾਰੇ ਪਰਿਵਾਰ ਨੇ ਉਹ ਕਿਸੇ ਬੀਚ ਕਿਨਾਰੇ, ਕਿਸੇ ਫਾਲ, ਕਿਸੇ ਝਰਨੇ ਨੂੰ ਦੇਖਣ ਵਾਸਤੇ ਘਰੋਂ ਨਿਕਲਦੇ ਆ, ਪਰ ਇਹ ਪਤਾ ਨਹੀਂ ਹੁੰਦਾ ਕਿ ਪਰਿਵਾਰ ਸਮੇਤ ਘਰੋਂ ਤਾਂ ਨਿਕਲੇ ਆ ਕਿ ਵਾਪਸ ਪਰਤਾਂਗੇ ਜਾਂ ਨਹੀਂ। 3 ਜਣਿਆਂ ਦੀ ਮੌਤ ਹੋਈ ਹੈ। ਇਹਨਾਂ ਵਿੱਚ ਇੱਕ 25 ਵਰ੍ਹਿਆਂ ਦਾ ਇੰਟਰਨੈਸ਼ਨਲ ਸਟੂਡੈਂਟ ਸੀ, ਜਿਹੜਾ ਯੂਨੀਵਰਸਿਟੀ ਆਫ ਅਲਬਰਟਾ ਦਾ ਵਿਦਿਆਰਥੀ ਸੀ। ਉਹਦੇ ਆਂਟੀ ਤੇ ਅੰਕਲ ਉਹ ਵੀ 38 ਵਰ੍ਹਿਆਂ ਦੇ ਸਨ। ਉਹਨਾਂ ਦੀ ਵੀ ਡੁੱਬਣ ਕਾਰਨ ਮੌਤ ਹੋਈ ਹੈ। ਦਰਅਸਲ ਜਿਹੜੀ ਇਹ ਘਟਨਾ ਵਾਪਰੀ ਹੈ, ਇਹ ਵੈਸਟ ਸੈਂਟਰਲ ਅਲਬਰਟਾ ਦੇ ਵਿੱਚ ਵਾਪਰੀ ਹੈ ਤੇ ਮੈਂ ਤੁਹਾਨੂੰ ਥਾਂ ਦਾ ਨਾਂ ਦੱਸਣਾ ਚਾਹੁੰਦਾ। ਕ੍ਰੈਸੈਂਟ ਫਾਲਜ਼ ਨੇ। ਕ੍ਰੈਸੈਂਟ ਫਾਲਜ਼ ਦੇ ਵਿੱਚ ਕਾਫੀ ਤੇਜ਼ ਪਾਣੀ ਹੈ, ਇੱਥੋਂ ਕਾਫੀ ਡੂੰਘੀਆਂ ਫਾਲਜ਼ ਹੇਠਾਂ ਡਿੱਗਦੀਆਂ ਨੇ ਅਤੇ ਪਾਣੀ ਦਾ ਵਹਾਅ ਬਹੁਤ ਤੇਜ਼ ਹੈ। ਦਰਅਸਲ ਇਹ 3 ਵਿਅਕਤੀ ਉੱਥੇ ਸਵਿਮ ਕਰ ਰਹੇ ਸੀ, ਤੈਰ ਰਹੇ ਸਨ, ਪਰ ਅਚਨਚੇਤ ਝਰਨਿਆਂ ਦਾ ਪਾਣੀ ਬੜਾ ਠੰਡਾ ਅਤੇ ਬੜਾ ਤੇਜ਼ ਸੀ। ਜਿਹੜਾ 25 ਵਰ੍ਹਿਆਂ ਦਾ ਅਨੂਪ ਕੁਮਾਰ ਸੀ, ਦਰਅਸਲ ਉਹ ਲੱਗਿਆ ਕਿ ਝਰਨੇ ਉਸ ਨੂੰ ਵਹਾ ਕੇ ਲਿਜਾ ਰਹੇ ਨੇ, ਉਹ ਡੁੱਬ ਰਿਹਾ ਹੈ। ਉਹਦੇ ਅੰਕਲ ਜਿਹੜਾ 38 ਵਰ੍ਹਿਆਂ ਦਾ ਪ੍ਰਤਾਪ ਰਾਏ ਸੀ, ਉਹਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਪਿੱਛੇ ਜਿੱਧਰ ਨੂੰ ਉਹ ਜਾ ਰਿਹਾ ਸੀ ਉੱਧਰ ਨੂੰ ਗਿਆ। ਜਦੋਂ ਦੇਖਿਆ ਕਿ ਪ੍ਰਤਾਪ ਵੀ ਵਾਪਸ ਨਹੀਂ ਆਇਆ, ਅਨੂਪ ਵੀ ਕਿਤੇ ਨਜ਼ਰ ਨਹੀਂ ਆ ਰਿਹਾ, ਤੇ ਪ੍ਰਤਾਪ ਦੀ ਘਰਵਾਲੀ ਵੇਨਜ਼ਰ ਓਡ ਨੇ ਪਿੱਛੇ ਛਾਲ ਮਾਰ ਦਿੱਤੀ ਅਤੇ ਉਹ ਵੀ ਉਹਨਾਂ ਨੂੰ ਬਚਾਉਣ ਦੇ ਵਾਸਤੇ ਆਪਣੀ ਜੱਦੋ-ਜਹਿਦ ਤੇ ਚਾਰਾਜੋਈ ਕਰਨ ਲੱਗੀ। ਦੇਖਦੇ ਹੀ ਦੇਖਦੇ 3 ਹੀ ਲੋਕ ਪਾਣੀ ਦੇ ਵਿੱਚ ਵਹਿ ਤੁਰੇ।
ਹੁਣ 25 ਵਰਿਆਂ ਦਾ ਅਨੂਪ ਕੁਮਾਰ ਉਸਦੀ ਤਾਂ ਲਾਸ਼ ਕੱਲ੍ਹ ਬਾਅਦ ਦੁਪਹਿਰ 2:30 ਵਜੇ ਰੈਸਕਿਊ ਵਾਲਿਆਂ ਨੂੰ ਮਿਲੀ ਹੈ। ਪਰ ਲੋਕਾਂ ਨੇ ਰੌਲਾ ਪਾਇਆ, ਰੈਸਕਿਊ ਵਾਲਿਆਂ ਨੂੰ ਸੱਦਿਆ ਤੇ ਇਸ ਪਤੀ ਪਤਨੀ ਦੀ ਲਾਸ਼ 38 ਕੁ ਵਰਿਆਂ ਦੇ ਦੋਵੇਂ ਸਨ ਜਿਹੜੇ, ਉਹਨਾਂ ਦੀ ਕੁਝ ਮਿੰਟਾਂ ਬਾਅਦ ਕੱਢ ਲਈ ਗਈ ਸੀ। ਪਰ ਤਿੰਨੇ ਹੀ ਵਿਅਕਤੀ ਇੱਕੋ ਹੀ ਘਰ ਦੇ ਰਹਿਣ ਵਾਲੇ, ਇੱਕੋ ਹੀ ਪਰਿਵਾਰ ਦੇ, ਤਿੰਨਾਂ ਵਿਅਕਤੀਆਂ ਦੀ ਮੌਤ ਨਾਲ ਸਮੁੱਚਾ ਭਾਈਚਾਰਾ ਇੱਕ ਵਾਰੀ ਕੰਬ ਗਿਆ। ਜਦੋਂ ਪੱਤਰਕਾਰਾਂ ਨੇ ਇਸ ਪਰਿਵਾਰ ਦੇ ਨਾਲ ਜਾ ਕੇ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਜਿੱਥੇ ਉਹ ਕਹਿੰਦੇ ਅਸੀਂ ਬਹੁਤਾ ਕੁਝ ਤਾਂ ਨਹੀਂ ਕਹਿਣਾ ਚਾਹੁੰਦੇ ਕਿਉਂਕਿ ਹਲੇ ਕੁਝ ਕਹਿਣ ਨੂੰ ਸਾਡੇ ਕੋਲ ਬਚਿਆ ਹੀ ਕੱਖ ਨਹੀਂ, ਪਰ ਕਹਿੰਦੇ ਇੱਕ ਗੱਲ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਆਹ ਜਿਹੜੇ ਝਰਨੇ ਨੇ, ਆਹ ਜਿਹੜੀਆਂ ਲੇਕਸ ਨੇ, ਇਹਨਾਂ ਦੇ ਉੱਤੇ ਵੱਡੇ ਵੱਡੇ ਸਾਈਨ ਕਰਕੇ ਲਗਾ ਦਿੱਤੇ ਜਾਣ ਕਿ ਇਹਨਾਂ ਥਾਵਾਂ ਨੂੰ ਦੂਰ ਤੋਂ ਖੜ੍ਹ ਕੇ ਦੇਖਿਆ ਜਾਵੇ ਤੇ ਇਹਨਾਂ ਦੇ ਵਿੱਚ ਵੜਨ ਦੀ ਮਨਾਹੀ ਹੋਵੇ। ਹੁਣ ਜਿਹੜਾ ਇਸ ਕਾਂਡ ਨਾਲ, ਇਸ ਖਬਰ ਨਾਲ ਦੁਖਾਂਤ ਜੁੜਿਆ ਤੇ ਇਸ ਪਰਿਵਾਰ ਦੇ ਇੱਕ 10 ਸਾਲਾਂ ਦਾ ਬੱਚਾ ਹੈ, ਇੱਕ 6 ਸਾਲਾਂ ਦਾ ਬੱਚਾ ਹੈ ਤੇ ਸਭ ਤੋਂ ਛੋਟਾ ਸਿਰਫ 3 ਵਰਿਆਂ ਦਾ ਬੱਚਾ ਹੈ। ਉਹਨਾਂ ਦੇ ਸਾਹਮਣੇ ਜ਼ਿੰਦਗੀ ਬਹੁਤ ਵੱਡੀ ਮੂੰਹ ਅੱਡੀ ਖਲੋਤੀ ਹੈ। ਪਰ ਇਸ ਖਬਰ ਨੇ ਸੱਚੀ ਮੁੱਚੀ ਇੱਕ ਵਾਰੀ ਸਾਨੂੰ ਫਿਰ ਸੋਚਣ ਵਾਸਤੇ ਮਜਬੂਰ ਕੀਤਾ ਹੈ ਕਿ ਭਾਵੇਂ ਸਾਨੂੰ ਤੈਰਨਾ ਵੀ ਆਉਂਦਾ ਹੋਵੇ, ਪਰ ਇਹਨਾਂ ਝਰਨਿਆਂ ਦਾ ਪਾਣੀ ਬਰਫ਼ ਪਿਘਲ ਪਿਘਲ ਕੇ ਆ ਰਿਹਾ ਬੇਹੱਦ ਠੰਡਾ ਹੈ। ਜਦੋਂ ਅਸੀਂ ਕੁਝ ਪਲਾਂ ਦੇ ਵਾਸਤੇ ਕਿਸੇ ਝਰਨੇ ਦੇ ਹੇਠ ਜਾਂਦੇ ਹਾਂ ਤੇ ਸਾਡਾ ਸਰੀਰ ਸੁੰਨ ਹੋ ਜਾਂਦਾ ਹੈ। ਤੈਰਨਾ ਆਉਣ ਦੇ ਬਾਵਜੂਦ ਵੀ ਸਾਡੇ ਹੱਥ ਪੈਰ ਕੰਮ ਕਰਨਾ ਛੱਡ ਦਿੰਦੇ ਨੇ, ਜਿਸ ਕਰਕੇ ਇਹ ਲਗਾਤਾਰ ਅਣਹੋਣੀਆਂ ਵਾਪਰ ਰਹੀਆਂ ਨੇ। ਕੁਝ ਦਿਨਾਂ ਦੇ ਫਰਕ ਨਾਲ ਹੀ BC ਵਿੱਚ ਵੀ, ਅਲਬਰਟਾ ਵਿੱਚ ਵੀ ਇਸ ਤਰ੍ਹਾਂ ਨੌਜਵਾਨਾਂ ਦੀਆਂ ਮੌਤਾਂ ਹੋਣ ਦੀਆਂ ਖਬਰਾਂ ਨੇ ਇੱਕ ਵਾਰੀ ਫੇਰ ਭਾਈਚਾਰੇ ਦੇ ਵਿੱਚ ਸੋਗ ਦੀ ਲਹਿਰ ਪੈਦਾ ਕਰ ਦਿੱਤੀ ਹੈ। ਸੋ ਅਸੀਂ ਵੀ ਇਸ ਪਰਿਵਾਰ ਦੇ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕਰਦੇ ਹਾਂ ਅਤੇ ਤੁਹਾਨੂੰ ਅਪੀਲ ਕਰਦੇ ਹਾਂ, ਝਰਨਿਆਂ ਨੂੰ ਦੂਰੋਂ ਦੇਖੋ, ਨਦੀਆਂ ਨਾਲਿਆਂ ਨੂੰ ਦੂਰੋਂ ਦੇਖੋ, ਪਰ ਇਹਨਾਂ ਵਿੱਚ ਵੜਨ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਸਾਨੂੰ ਪਤਾ ਹੀ ਨਹੀਂ ਕਿ ਪਾਣੀ ਕਿੰਨਾ ਕੁ ਠੰਡਾ ਹੈ, ਕਿੰਨਾ ਕੁ ਤੇਜ਼ ਹੈ ਤੇ ਕਿੰਨਾ ਕੁ ਡੂੰਘਾ ਹੈ। ਅਸੀਂ ਕਾਮਨਾ ਕਰਦੇ ਹਾਂ, ਅਪੀਲ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀ ਮੰਦਭਾਗੀ ਖਬਰ ਨਾ ਸੁਣਾਉਣੀ ਪਵੇ, ਨਾ ਸਾਡੇ ਕੰਨੀ ਪਵੇ। ਅਗਲੀ ਖਬਰ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਉਹ ਇਤਿਹਾਸਕ ਗੁਰਦੁਆਰਾ ਸਾਹਿਬ ਹੈ, ਤਪ ਅਸਥਾਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਬਾਬਾ ਬਕਾਲਾ। ਉਸ ਅਸਥਾਨ ਦੇ ਉੱਤੇ ਬੀਤੇ ਦਿਨੀ ਇੱਕ ਘਟਨਾ ਵਾਪਰੀ। ਉੱਥੋਂ ਦੇ ਜਿਹੜੇ ਮੈਨੇਜਰ ਨੇ ਸਤਵਿੰਦਰ ਸਿੰਘ, ਉਹਨਾਂ ਨੇ ਦੱਸਿਆ ਕਿ ਬੀਤੇ ਕੁਝ ਦਿਨ ਪਹਿਲਾਂ ਕੁਝ ਨਿਹੰਗ ਸਿੰਘ ਭਰਤ ਸਿੰਘ ਦੀ ਅਗਵਾਈ ਦੇ ਹੇਠ ਆਉਂਦੇ ਆ। ਕਾਫੀ ਗਿਣਤੀ ਵਿੱਚ ਉਹ ਨਿਹੰਗ ਸਿੰਘ ਸੀ। ਉਹ ਨਿਹੰਗ ਸਿੰਘਾਂ ਦੇ ਨਾਲ ਇੱਕ ਕਾਫੀ ਵੱਡਾ ਪਾਲਤੂ ਕੁੱਤਾ ਉਹਨਾਂ ਦੇ ਨਾਲ ਫੜਿਆ ਹੋਇਆ ਸੀ। ਉਹ ਕਹਿੰਦੇ ਜਦੋਂ ਮੱਥਾ ਟੇਕਣ ਵਾਸਤੇ ਜਾਣ ਲੱਗੇ ਤੇ ਸਾਡੇ ਸੇਵਾਦਾਰਾਂ ਨੇ ਉਹਨੂੰ ਰੋਕਿਆ ਕਿ ਤੁਸੀਂ ਮੱਥਾ ਟੇਕ ਸਕਦੇ ਹੋ, ਪਰ ਆਹ ਕੁੱਤਾ ਨਹੀਂ ਮੱਥਾ ਟੇਕ ਸਕਦਾ। ਕਹਿੰਦੇ ਉਹ ਖੈਬੜੇ ਧੱਫੇ ਧੌਲੇ ਹੋਏ, ਇੱਕ ਦੂਸਰੇ ਦੇ ਨਾਲ ਧੱਕਾ ਮੁੱਕੀ ਵੀ ਹੋਈ, ਸੇਵਾਦਾਰਾਂ ਨੂੰ ਧੱਕੇ ਮਾਰੇ ਤੇ ਅੱਗੇ ਲੰਘ ਗਏ। ਉਹ ਕਹਿੰਦੇ ਅੱਗੇ ਜਦੋਂ ਚਰਨ ਕੁੰਡ ਤੋਂ ਅੱਗੇ ਲੰਘਣ ਲੱਗੇ, ਉੱਥੇ ਫੇਰ ਸਾਡੇ ਸੇਵਾਦਾਰ ਮੌਜੂਦ ਸਨ। ਸੇਵਾਦਾਰਾਂ ਨੇ ਇਸ ਨਿਹੰਗ ਸਿੰਘਾਂ ਦੀ ਟੋਲੀ ਨੂੰ ਫਿਰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਕਿਹਾ ਕਿ ਤੁਸੀਂ ਜੀ ਸੱਦ ਕੇ ਮੱਥਾ ਟੇਕੋ, ਪਰ ਆਹ ਜਾਨਵਰ, ਆਹ ਕੁੱਤਾ, ਇਹ ਦਰਬਾਰ ਸਾਹਿਬ ਦੇ ਅੰਦਰ ਨਹੀਂ ਲਿਜਾਇਆ ਜਾ ਸਕਦਾ। ਉਹ ਕਹਿੰਦੇ ਉੱਥੇ ਫਿਰ ਨਿਹੰਗ ਸਿੰਘਾਂ ਨੇ ਸਾਡੇ ਸੇਵਾਦਾਰਾਂ ਦੇ ਨਾਲ ਹੱਥੋਂ ਮੁੱਕੀ ਕੀਤੀ, ਉੱਥੇ ਖਹਿਬੜਬਾਜ਼ੀ ਕੀਤੀ। ਉਹਦੇ ਤੋਂ ਬਾਅਦ ਨਿਹੰਗ ਸਿੰਘ ਸੇਵਾਦਾਰਾਂ ਨੂੰ ਪਾਸੇ ਕਰਕੇ ਦਰਬਾਰ ਸਾਹਿਬ ਦੇ ਅੰਦਰ ਜਾਣ ਵਿੱਚ ਕਾਮਯਾਬ ਹੋ ਗਏ। ਹੁਣ ਮੈਨੇਜਰ ਦੇ ਦੱਸਣ ਦੇ ਮੁਤਾਬਕ ਇਹਨਾਂ ਨਿਹੰਗ ਸਿੰਘਾਂ ਨੇ ਅੰਦਰ ਜਿੱਥੇ ਖੁਦ ਮੱਥਾ ਟੇਕਿਆ, ਉੱਥੇ ਕੁੱਤੇ ਨੂੰ ਵੀ ਨਾਲ ਇਹਨਾਂ ਨੇ ਅੰਦਰ ਲਿਜਾ ਕੇ ਮੱਥਾ ਟਿਕਾਇਆ। ਉਹਦੇ ਤੋਂ ਬਾਅਦ ਇਹ ਕਹਿੰਦੇ ਫੌਰੀ ਤੌਰ ਤੇ ਉੱਥੋਂ ਨਿਹੰਗ ਸਿੰਘ ਮੱਥਾ ਟੇਕਣ ਤੋਂ ਬਾਅਦ ਚਲੇ ਗਏ। ਪਰ ਜਦ ਹੁਣ ਪੂਰੀ ਸੰਗਤ ਨੂੰ ਇਸ ਘਟਨਾ ਦਾ ਪਤਾ ਲੱਗਿਆ ਤੇ ਸੰਗਤਾਂ ਦੇ ਵਿੱਚ ਰੋਸ ਦੀ ਲਹਿਰ ਹੈ। ਹੁਣ ਜਦੋਂ ਇਹ ਘਟਨਾ ਤੂਲ ਫੜਦੀ ਨਜ਼ਰ ਆਈ ਤੇ ਬਾਬਾ ਬਕਾਲਾ ਦੇ ਇਸ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਮੈਨੇਜਰ ਦੇ ਦੱਸਣ ਦੇ ਮੁਤਾਬਕ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਕੋਲ ਲਿਖਤੀ ਸ਼ਿਕਾਇਤ ਆਲਰੇਡੀ ਭੇਜ ਚੁੱਕੇ ਹਾਂ। ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੇ PA ਦੇ ਨਾਲ ਗੱਲਬਾਤ ਹੋਈ, ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਇਹ ਘਟਨਾ ਇਤਿਹਾਸਕ ਗੁਰਦੁਆਰਾ ਸਾਹਿਬ ਤਪ ਅਸਥਾਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਇਤਿਹਾਸਕ ਸਥਾਨ ਤੇ ਵਾਪਰੀ ਹੈ, ਬੀਤੇ ਦਿਨੀ ਵਾਪਰੀ ਹੈ। ਇਹਦੀ ਲਿਖਤੀ ਸ਼ਿਕਾਇਤ ਸਾਡੇ ਕੋਲ ਪੁੱਜ ਚੁੱਕੀ ਹੈ। ਇਹਦੇ ਵਾਸਤੇ ਇੱਕ ਕਮੇਟੀ ਫੇਰ ਬਣਾ ਦਿੱਤੀ ਗਈ ਹੈ, ਜੋ ਕਹਿੰਦੇ ਕਮੇਟੀ ਸਿਫਾਰਿਸ਼ ਕਰੇਗੀ ਉਸ ਤਰ੍ਹਾਂ ਦੀ ਸਜ਼ਾ ਇਹਨਾਂ ਨਿਹੰਗ ਸਿੰਘਾਂ ਨੂੰ ਸੁਣਾ ਦਿੱਤੀ ਜਾਵੇਗੀ। ਪਰ ਹਾਲੇ ਨਿਹੰਗ ਸਿੰਘਾਂ ਦਾ ਕੋਈ ਇਹਦੇ ਤੇ ਟੀਕਾ ਟਿੱਪਣੀ, ਕੋਈ ਪ੍ਰਤੀਕਿਰਿਆ ਨਹੀਂ ਆਈ ਕਿ ਉਹਨਾਂ ਨੇ ਇਸ ਘਟਨਾ ਨੂੰ ਅੰਜਾਮ ਕਿਉਂ ਦਿੱਤਾ।
ਉਹਨਾਂ ਨੇ ਇਸ ਘਟਨਾ ਦੇ ਉੱਤੇ ਇਸ ਤਰ੍ਹਾਂ ਦਾ ਖਰੂਦ ਕਿਉਂ ਪਾਇਆ, ਹਾਲੇ ਉਧਰਲੇ ਪਾਸਿਓਂ ਕੋਈ ਜਾਣਕਾਰੀ ਨਹੀਂ ਮਿਲ ਸਕੀ। ਕਿਉਂਕਿ ਸਾਨੂੰ ਇਹ ਤੇ ਪਤਾ ਨਾ ਸਿੱਖ ਰਹਿਤ ਮਰਿਆਦਾ ਹੈ ਕਿ ਇਸ ਮਰਿਆਦਾ ਦੀਆਂ ਧੱਜੀਆਂ ਇਹ ਆਪਣੇ ਆਪ ਨੂੰ ਗੁਰੂ ਕੀਆਂ ਲਾਡਲੀਆਂ ਫੌਜਾਂ ਕਹਾਉਣ ਵਾਲਿਆਂ ਨੇ ਉਡਾਈਆਂ ਨੇ। ਅਗਲੀ ਖਬਰ ਵੱਲ ਤੁਹਾਡਾ ਮੈਂ ਧਿਆਨ ਦਿਵਾਉਣਾ ਚਾਹੁੰਦਾ। ਦੁਨੀਆ ਭਰ ਦੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਇਸ ਮਹਾਮਾਰੀ ਇਸ ਪੈਂਡੈਮਿਕ ਦੇ ਕਾਰਨ ਕੰਮਕਾਰ ਛੁੱਟ ਗਏ ਨੇ, ਟੁੱਟ ਗਏ ਨੇ। ਹੋ ਸਕਦਾ ਕਿਸੇ ਨੂੰ 2 ਡੰਗ ਦੀ ਰੋਟੀ ਖਾਣੀ ਵੀ ਔਖੀ ਹੋਈ ਪਈ ਹੋਵੇ। ਪਰ ਇਹ ਥੋੜ੍ਹਾ ਹੀ ਹੈ ਕਿ ਅਸੀਂ ਕੋਈ ਵਰਦੀ ਪਾ ਲਈਏ ਤੇ ਜਾਲੀ ਅਫਸਰ ਬਣ ਕੇ ਅਸੀਂ ਲੋਕਾਂ ਨੂੰ ਲੁੱਟਣਾ ਸ਼ੁਰੂ ਕਰ ਦਈਏ। ਦਿੱਲੀ ਦੇ ਵਿੱਚੋਂ ਇਹ ਇੱਕ ਘਟਨਾ ਸਾਹਮਣੇ ਆਈ ਹੈ, ਸ਼ਾਇਦ ਇਹਦਾ ਪਤਾ ਹੀ ਨਾ ਲੱਗਦਾ। ਅਸਲ ਦੇ ਵਿੱਚ ਇੱਕ ਹੈੱਡ ਕਾਂਸਟੇਬਲ ਨੇ ਸ਼ਮੇਰ ਸਿੰਘ, ਉਹ ਪੈਟਰੋਲਿੰਗ ਤੇ ਜਾ ਰਹੇ ਸੀ ਤੇ ਨਾਲ ਸਿਵਲ ਵਰਦੀ ਦੇ ਵਿੱਚ ਉਹਨਾਂ ਦੇ ਨਾਲ ਇੱਕ ਹੋਰ ਕਾਂਸਟੇਬਲ ਅਸ਼ੋਕ ਸੀ। ਜਦੋਂ ਦੋਨਾਂ ਨੇ ਵੇਖਿਆ ਕਿ ਉਹ ਸਾਹਮਣੇ ਨਾਕਾ ਲੱਗਿਆ ਹੋਇਆ, ਉੱਥੇ ਇੱਕ ਪੁਲਿਸ ਅਫਸਰ ਜਿਹੜੀ ਅਸਿਸਟੈਂਟ ਸਬ ਇੰਸਪੈਕਟਰ ਦੀ ਵਰਦੀ ਪਾਈ ਹੋਈ ਸੀ, ਲੋਕਾਂ ਦੇ ਚਲਾਨ ਕੱਟ ਰਹੀ ਸੀ। ਉਹਨਾਂ ਨੇ ਦੇਖਿਆ ਕਿ ਇਲਾਕਾ ਆਪਣਾ ਪੈਂਦਾ ਹੈ, ਹਲਕਾ ਆਪਣਾ ਪੈਂਦਾ ਹੈ, ਤੇ ਇੱਥੇ ਚਲਾਨ ਕੌਣ ਕੱਟੀ ਜਾ ਰਿਹਾ ਹੈ। ਉਹਨੇ ਹੈੱਡ ਕਾਂਸਟੇਬਲ ਨੇ ਸਮਝਦਾਰੀ ਤੋਂ ਕੰਮ ਲਿਆ, ਕਿਉਂਕਿ ਉਹਦੇ ਆਪਦੇ ਵਰਦੀ ਪਾਈ ਸੀ, ਉਹ ਪਾਸੇ ਖੜ ਗਿਆ। ਉਹਨੇ ਆਪਦੇ ਨਾਲ ਜਿਹੜਾ ਹੋਰ ਪੁਲਿਸ ਮੁਲਾਜ਼ਮ ਅਸ਼ੋਕ ਸੀ ਉਹਨੂੰ ਭੇਜਿਆ, ਕਹਿੰਦੇ ਜਾ ਪਤਾ ਤਾਂ ਲੱਗੇ ਇਹ ਕੌਣ ਹੈ, ਆਪਣੇ ਹਲਕੇ ਦੇ ਵਿੱਚ ਇਲਾਕੇ ਦੇ ਵਿੱਚ ਆਇਆ ਹੋਇਆ। ਜਦੋਂ ਉਸ ਥਾਣੇਦਾਰਨੀ ਦੇ ਕੋਲ ਉਹ ਪੁਲਿਸ ਮੁਲਾਜ਼ਮ ਗਿਆ ਤੇ ਉਹਨੇ ਹੱਥ ਦਿੱਤਾ, ਕਹਿੰਦੀ ਮਾਸਕ ਕਿੱਥੇ ਹੈ। ਉਹ ਕਹਿੰਦਾ ਕੀ ਗੱਲ। ਉਹ ਕਹਿੰਦੀ ਮੈਂ ਜਿਹੜਾਂ ਦੇ ਮਾਸਕ ਨਹੀਂ ਪਾਏ ਹੋਏ ਉਹਨਾਂ ਦਾ ਚਲਾਨ ਕੱਟ ਰਹੀਆਂ, ਤੈਨੂੰ ਨਹੀਂ ਪਤਾ ਮਾਸਕ ਪਾਉਣੇ ਲਾਜ਼ਮੀ ਨੇ। ਹੁਣ ਤੁਹਾਨੂੰ ਪਤਾ ਕਿ ਪੁਲਿਸ ਦੀ ਬੋਲੀ ਕਿੰਨੀ ਵਧੀਆ ਮਿੱਠੀ ਹੁੰਦੀ ਹੈ। ਬਾਅਦ ਦੇ ਵਿੱਚ ਪਤਾ ਲੱਗਿਆ, ਉਹ ਕਹਿੰਦਾ ਇੱਦਾਂ ਕਰ, ਚਲਾਨ ਮੇਰਾ ਕੱਟ ਦਿਓ, ਆਪਣੀ ਆਈਡੀ ਤਾਂ ਦਿਖਾ ਦਿਓ, ਤੁਸੀਂ ਕੌਣ ਹੋ। ਉਹ ਕਹਿੰਦੀ ਤੂੰ ਮੈਨੂੰ ਆਈਡੀ ਪੁੱਛਣ ਵਾਲਾ ਕੌਣ ਆ ਗਿਆ, ਤੂੰ ਮੇਰਾ ਆਇਡੈਂਟੀ ਕਾਰਡ ਦੇਖੇਂਗਾ। ਉਹ ਕਹਿੰਦਾ ਮੈਂ ਤਾਂ ਪੁੱਛਣਾ ਹੀ ਚਾਹੁੰਦਾ ਤੁਸੀਂ ਕਿੱਥੇ ਤੈਨਾਤ ਹੋ, ਕਿਹੜੇ ਥਾਣੇ 'ਚ ਲੱਗੇ ਹੋਏ ਹੋ। ਉਹ ਕਹਿੰਦੀ ਮੈਂ ਤਿਲਕ ਵਿਹਾਰ ਦੇ ਵਿੱਚ ਲੱਗੀ ਹੋਈ ਹਾਂ, ਤਿਲਕ ਨਗਰ ਦੇ ਵਿੱਚ ਲੱਗੀ ਹੋਈ ਹਾਂ। ਹੁਣ ਜਦੋਂ ਪੋਲ ਖੁੱਲ੍ਹੀਆਂ, ਦਰਅਸਲ ਇਹ ਹੈੱਡ ਕਾਂਸਟੇਬਲ ਤੇ ਕਾਂਸਟੇਬਲ ਵੀ ਤਿਲਕ ਨਗਰ ਥਾਣੇ ਦੇ ਵਿੱਚ ਹੀ ਤੈਨਾਤ ਸੀ। ਦੋਵਾਂ ਨੇ ਗ੍ਰਿਫਤਾਰ ਕਰ ਲਿਆ ਉਸ ਔਰਤ ਨੂੰ। ਬਾਅਦ ਦੇ ਵਿੱਚ ਪਤਾ ਲੱਗਿਆ ਕਿ ਇਸ ਔਰਤ ਦਾ ਨਾਮ ਹੈ ਤਮੰਨਾ ਜਹਾਨ, 20 ਵਰਿਆਂ ਦੀ ਲੜਕੀ ਹੈ। ਫਿਰ ਲੱਗੀ ਗਿੜਗੜਾਉਣ, ਫਿਰ ਲੱਗੀ ਮਿੰਨਤਾਂ ਤਰਲਿਆਂ ਤੇ ਆ ਗਈ। ਉਹ ਕਹਿੰਦੀ ਅਸਲ ਦੇ ਵਿੱਚ ਕੰਮਕਾਰ ਕੋਈ ਹੈ ਨਹੀਂ, ਘਰ ਦੀ ਹਾਲਤ ਬੜੀ ਪਤਲੀ ਹੈ, ਪੈਸਾ ਤੇ ਲੱਕ ਤੋਂ ਬਣਦਾ ਨਹੀਂ ਸੀ, ਮੈਂ ਤਾਂ ਕਈ ਦਿਨ ਦੇ ਲੋਕਾਂ ਦੇ ਚਲਾਨ ਕੱਟਦੀਆਂ, ਦਿਹਾੜੀ ਵਧੀਆ ਬਣ ਜਾਂਦੀ ਹੈ। ਹੁਣ ਇਸ ਔਰਤ ਨੂੰ ਵਰਦੀ ਪਾਈ ਹੋਈ ਸੀ, ਲੋਕਾਂ ਦੇ ਚਲਾਨ ਕੱਟ ਕੇ ਪੁਲਿਸ ਨੂੰ ਬਦਨਾਮ ਕਰ ਰਹੀ ਸੀ। ਇਸ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ। ਅਗਲੀ ਖਬਰ, ਅਮਰੀਕਾ ਦੇ ਵਿੱਚੋਂ 123 ਭਾਰਤੀ, ਉਹਨਾਂ ਵਿੱਚ ਕੁਝ ਪੰਜਾਬੀ ਵੀ ਨੇ, ਕੁਝ ਹਰਿਆਣਵੀ ਨੇ ਤੇ ਕੁਝ ਹੋਰ ਸੂਬਿਆਂ ਦੇ ਵੀ ਨੇ, ਡਿਪੋਰਟ ਕਰ ਦਿੱਤੇ ਗਏ ਹੈ। ਕਿਉਂਕਿ ਜੇਕਰ ਕਿਸੇ ਮੁਲਕ ਵਿੱਚ ਗੈਰ ਕਾਨੂੰਨੀ ਆਵੋਗੇ ਤੇ ਉੱਥੋਂ ਦਾ ਮੁਲਕ ਜੇਕਰ ਤੁਹਾਨੂੰ ਉਸ ਮੁਲਕ ਵਿੱਚ ਆਉਣ ਤੇ ਰਹਿਣ ਦੀ ਆਗਿਆ ਨਹੀਂ ਦਿੰਦਾ ਤਾਂ ਸਲੂਕ ਤੁਹਾਡੇ ਨਾਲ ਵੀ ਇੰਜ ਹੋ ਸਕਦਾ ਹੈ। ਪਰ ਹੁਣ ਸਾਨੂੰ ਕਾਰਨ ਦੇਖਣੇ ਪੈਣਗੇ ਕਿ ਲੋਕਾਂ ਨੂੰ ਬਾਹਰਲੇ ਮੁਲਕਾਂ ਵੱਲ ਵਹੀਰਾਂ ਘੱਤਣੀਆਂ ਕਿਉਂ ਪੈਂਦੀਆਂ ਨੇ। ਕਹਿੰਦੇ ਸਾਡੇ ਦਿਲ ਤੋਂ ਪੁੱਛ ਸੱਜਣਾ, ਅਸੀਂ ਕਿਉਂ ਪਰਦੇਸੀ ਹੋਏ। ਕੋਈ ਵਿਅਕਤੀ ਆਪਣਾ ਘਰ-ਬਾਰ ਛੱਡਣਾ ਨਹੀਂ ਚਾਹੁੰਦਾ, ਪਰ ਰੁਜ਼ਗਾਰ ਨਹੀਂ, ਰੁਜ਼ਗਾਰ ਦੇ ਮੌਕੇ ਨਹੀਂ, ਇਸ ਕਰਕੇ ਲੋਕਾਂ ਨੂੰ ਕਈ ਵਾਰੀ ਅੱਕ ਚੱਬਣਾ ਪੈਂਦਾ। ਪਰ ਉਹਨਾਂ ਨੌਜਵਾਨਾਂ ਦੀਆਂ ਕਹਾਣੀਆਂ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਜਾ ਕੇ ਉਤਰੇ ਨੇ, ਜਦੋਂ ਉਹਨਾਂ ਦੇ ਸੁਣਨ ਵਾਲੀਆਂ ਸੀ। ਉਹ ਕਹਿੰਦੇ ਅੱਧੀ ਖਾ ਲਾਂਗੇ, ਕਿਸੇ ਬਾਹਰਲੇ ਮੁਲਕ ਵੱਲ ਗੈਰ ਕਾਨੂੰਨੀ ਤਰੀਕੇ ਨਾਲ ਮੂੰਹ ਨਹੀਂ ਕਰਾਂਗੇ। 40-40 ਲੱਖ ਰੁਪਈਆ ਲਾ ਕੇ ਆਏ ਸੀ। ਹੁਣ 40 ਲੱਖ ਰੁਪਈਆ ਲਾਉਣ ਤੋਂ ਬਾਅਦ ਉਹ ਕਹਿੰਦੇ ਬਹੁਤ ਸਾਰੇ ਸਾਨੂੰ ਡਿਟੈਂਸ਼ਨ ਸੈਂਟਰਾਂ ਦੇ ਵਿੱਚ ਰੱਖਣਾ ਪਿਆ। ਕਈਆਂ ਅਸੀਂ ਮੁਲਕਾਂ ਦੀਆਂ ਹੱਦਾਂ ਸਰਹੱਦਾਂ ਤੇ ਜੰਗਲ ਵੇਲੇ ਟੱਪੇ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਲੜਕੇ ਸੀ ਜਾਂ ਲੜਕੀਆਂ ਵੀ ਸੀ, ਉਹ ਕਹਿੰਦੇ ਸਾਡੇ ਨਾਲ ਲੜਕੀਆਂ ਵੀ ਸੀ। ਜਦੋਂ ਪੁੱਛਿਆ ਗਿਆ ਕਿ ਲੜਕੀਆਂ ਦੀ ਸਥਿਤੀ ਕਿਹੋ ਜਿਹੀ ਹੁੰਦੀ ਹੈ, ਉਹ ਕਹਿੰਦੇ ਲੜਕੀਆਂ ਨੂੰ ਭਾਵੇਂ ਵੱਖਰੇ ਰੱਖਿਆ ਜਾਂਦਾ ਹੈ, ਪਰ ਜਿਹੜੇ ਏਜੰਟਾਂ ਦੇ ਰਾਹ ਵਿੱਚ ਕਰਿੰਦੇ ਨੇ ਉਹ ਨਫਾ ਨੁਕਸਾਨ ਲੜਕੀਆਂ ਦਾ ਹਰ ਤਰੀਕੇ ਦਾ ਕਰਦੇ ਆ। ਸਰੀਰਕ ਤੌਰ ਤੇ ਵੀ, ਮਾਨਸਿਕ ਤੌਰ ਤੇ ਵੀ ਲੜਕੀਆਂ ਨਾਲ ਟੌਰਚਰ ਕਰਦੇ ਆ। ਹੁਣ ਆਹ ਗੱਲ ਜਿਹੜੇ ਮਾਪੇ ਆਪਣੀਆਂ ਧੀਆਂ ਧਿਆਣੀਆਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਭੇਜਦੇ ਆ, ਆਪਣੇ ਪੁੱਤਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਭੇਜਦੇ ਆ, ਉਹਨਾਂ ਨੂੰ ਸੋਚਣਾ ਪਵੇਗਾ। ਤੁਹਾਡੇ ਕੋਲ ਕੋਈ ਹੀਲਾ ਬਣਦਾ, ਕੋਈ ਵਸੀਲਾ ਬਣਦਾ, ਕਾਨੂੰਨ ਦੇ ਹਿਸਾਬ ਨਾਲ ਤੁਹਾਡਾ ਪੁੱਤ ਧੀ ਕਿਸੇ ਮੁਲਕ ਵਿੱਚ ਆਉਣਾ ਚਾਹੁੰਦਾ ਤੇ ਆਵੇ, ਜੀ ਸਦਕੇ ਉਸ ਨੂੰ ਵੈਲਕਮ, ਪਰ ਗੈਰ ਕਾਨੂੰਨੀ ਤਰੀਕੇ ਦਾ ਸਹਾਰਾ ਨਾ ਲਿਓ। ਜਦ ਮਾਲਟਾ ਕਾਂਡ ਵਾਪਰਿਆ ਸੀ, ਲੱਗਦਾ ਸੀ ਕਿ ਅੱਜ ਤੋਂ ਬਾਅਦ ਲੋਕ ਆਪਣੇ ਪੁੱਤਾਂ ਤੇ ਧੀਆਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਬਾਹਰਲੇ ਮੁਲਕਾਂ 'ਚ ਭੇਜਣਾ ਬੰਦ ਕਰ ਦੇਣਗੇ, ਪਰ ਬੰਦ ਨਹੀਂ ਹੋਇਆ। ਉੱਥੇ ਤਾਂ ਇਹ ਦੱਸਿਆ ਜਾਂਦਾ ਹੈ
कि रात ਨੂੰ जी 12 ਵੱਜਦੇ ਨੇ शिफ्ट चेंज ਹੁੰਦੀ ਹੈ ਸਾਡੀ ਉੱਥੇ ਗੱਲਬਾत है 15 ਮਿੰਟ ਹੁੰਦੇ ਨੇ ਤੁਸੀਂ ਐਂ ਕੰਧ ਟੱਪ ਜਾਣੀ ਹੈ ਜਿਵੇਂ ਗੁਆਂਢੀਆਂ ਵਾਲੀ ਕੰਧ ਟੱਪਣੀ ਹੁੰਦੀ ਹੈ। ਇਸ ਤਰ੍ਹਾਂ ਦਾ ਕੁਝ ਨਹੀਂ, ਬੜੇ ਸਖਤ ਕਾਨੂੰਨ ਨੇ। ਇਹ ਤਾਂ 123 ਮੋੜੇ ਆ। ਆ ਬੀਤੇ ਕੁਝ ਮਹੀਨਿਆਂ ਦੇ ਵਿੱਚ 4 ਫਲਾਈਟਾਂ ਚਲੇ ਗਈਆਂ ਨੇ, ਕੱਲੇ ਅਮਰੀਕਾ ਦੇ ਵਿੱਚੋਂ ਗਈਆਂ ਨੇ ਰਿਪੋਰਟ ਕਰਕੇ ਦੇਸ਼ ਨਿਕਾਲਾ ਦੇ ਕੇ। ਤੇ ਉਹਨਾਂ ਨੇ ਦੱਸਿਆ, ਮੈਂ ਦੇਖ ਰਿਹਾ ਸੀ ਅੰਕੜੇ ਡਿਟੈਂਸ਼ਨ ਸੈਂਟਰਾਂ ਦੇ ਵਿੱਚ ਸਾਲ 2014 ਤੋਂ ਬਾਅਦ 33,593 ਭਾਰਤੀ ਨੇ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਤਾਂ ਹੋ ਗਏ ਆ, ਪਰ ਕਿਸੇ ਵੇਲੇ ਵੀ ਉਹਨਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ। ਇਹ ਗਿਣਤੀ ਉਹ ਹੈ ਜਿਹੜੇ ਅਮਰੀਕਾ ਦੇ ਵਿੱਚ ਐਂਟਰ ਕਰਨ ਦੇ ਵਿੱਚ ਕਾਮਯਾਬ ਹੋ ਗਏ, ਦਾਖਲ ਹੋਣ ਵਿੱਚ ਕਾਮਯਾਬ ਹੋ ਗਏ, ਪਰ ਫੜੇ ਗਏ। ਬਹੁਤ ਸਾਰੇ ਉਹ ਨੇ ਜਿਨ੍ਹਾਂ ਦੀ ਮਾਪਿਆਂ ਤੱਕ ਖਬਰ ਹੀ ਕੋਈ ਨਹੀਂ, ਕਿੰਨੇ ਸਾਲ ਹੋ ਗਏ, ਪਤਾ ਨਹੀਂ ਰਸਤੇ ਦੇ ਵਿੱਚ ਕਿਹੜੇ ਜੰਗਲ ਦੇ ਵਿੱਚ ਕਿਹੜੇ ਜੰਗਲੀ ਜਾਨਵਰ ਦਾ ਉਹ ਸ਼ਿਕਾਰ ਹੋ ਗਏ। ਸੋ ਇੱਥੇ ਦੋ ਗੱਲਾਂ ਨੇ, ਇੱਕ ਤਾਂ ਇਹ ਹੈ ਕਿ ਰੁਜ਼ਗਾਰ ਦੇ ਮੌਕੇ ਨਹੀਂ, ਦੂਸਰਾ ਭਾਵੇਂ ਸਰਕਾਰ ਕਿਸੇ ਦੀ ਆਵੇ, ਅਕਾਲੀਆਂ ਦੀ ਆਵੇ, ਕਾਂਗਰਸ ਦੀ ਆਵੇ, ਮੈਨੂੰ ਲੱਗਦਾ ਗੋਂਗਲੂਆਂ ਤੋਂ ਮਿੱਟੀ ਝਾੜਦੇ ਨੇ। ਇਹ ਪੰਜਾਬ ਵਾਸਤੇ ਜਾਂ ਹਰਿਆਣੇ ਵਾਸਤੇ ਕੋਈ ਨਵਾਂ ਮੁੱਦਾ ਨਹੀਂ। ਬਹੁਤ ਸਾਰੇ ਲੋਕ ਨੇ ਜਿਹੜੀਆਂ ਜਾਨਾਂ ਆਪਣੀਆਂ ਦਾਅ 'ਤੇ ਲਾ ਕੇ, ਆਪਣੀ ਉਮਰਾਂ ਦੀ ਪੂੰਜੀ ਦਾਅ 'ਤੇ ਲਾ ਕੇ ਠੱਗ ਏਜੰਟਾਂ ਨੂੰ ਪੈਸੇ ਦੇ ਕੇ ਆਉਂਦੇ ਆ, ਪਰ ਕੀ ਇਹਨਾਂ ਵਾਸਤੇ ਕੋਈ ਕਾਨੂੰਨ ਨਹੀਂ ਸਰਕਾਰ ਨੇ ਬਣਾਇਆ? ਪਰ ਇਹ ਵੀ ਗੱਲ ਹੈ ਕਿ ਇਹ ਏਜੰਟ ਕਿਸ ਨੂੰ ਕਾਰਡ ਦੇ ਕੇ ਨਹੀਂ ਸਕਦੇ ਕਿ ਆ ਜਾਓ ਅਸੀਂ ਤੁਹਾਨੂੰ ਕੈਨੇਡਾ ਭੇਜ ਦਈਏ, ਅਮਰੀਕਾ ਭੇਜ ਦਈਏ, ਪਰ ਸਾਡੀਆਂ ਮਜਬੂਰੀਆਂ ਨੇ। ਇਹ ਦੋਸਤੋ ਕੁਝ ਖਬਰਾਂ ਸਨ, ਇਹਨਾਂ ਤੇ ਗੌਰ ਫਰਮਾਉਣ ਦੀ ਜ਼ਰੂਰਤ ਹੈ। ਉਮੀਦ ਹੈ ਕਿ ਤੁਹਾਨੂੰ ਅੱਜ ਦੀਆਂ ਇਹ ਖਬਰਾਂ ਇਹਨਾਂ ਦਾ ਵਿਸਥਾਰ ਚੰਗਾ ਲੱਗਿਆ ਹੋਣਾ ਹੈ। ਜੇਕਰ ਖਬਰਾਂ ਠੀਕ ਲੱਗੀਆਂ, ਖਬਰਾਂ ਚੰਗੀਆਂ ਲੱਗੀਆਂ, ਤਾਂ ਅੱਗੇ ਕੋਸ਼ਿਸ਼ ਕਰਿਓ ਕਿ ਸ਼ੇਅਰ ਵੀ ਕਰ ਦਿਓ ਤਾਂ ਕਿ ਕਿਸੇ ਦੀ ਜ਼ਿੰਦਗੀ ਬਚਾ ਸਕੀਏ, ਤੇ ਨਾਲ ਲਾਈਕ ਵਾਲਾ ਬਟਨ ਦਬਾਉਣਾ ਵੀ ਨਾ ਭੁੱਲਿਓ। ਸਭ ਤੋਂ ਜ਼ਰੂਰੀ, ਜੇਕਰ ਹਾਲੇ ਤੱਕ ਸਬਸਕ੍ਰਾਈਬ ਚੈਨਲ ਨਹੀਂ ਕੀਤਾ ਜ਼ਰੂਰ ਕਰ ਲੈਣਾ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।